ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਬਾਪ ਹਮਾਰਾ ਸਤਸੰਜੀਵੀ ਭਾਈ ਹਮਾਰੇ ਸਦ ਹੀ ਜੀਵੀ। ਮੀਤ ਹਮਾਰੇ ਸਦਾ ਵਿਨਾਸੀ ਕੁਟੁੰਬ ਹਮਾਰਾ ਨਿਜ ਘਰ ਵਾਸੀ। ਹਮ ਸੁਖ ਪਾਇਆ ਤਾਂ ਸਭੈ ਸੁਹੇਲੇ ਗੁਰਪੂਰੈ ਪਿਤਾ ਸੰਗ ਮੇਲੇ ਰਹਾਓ। ਮੰਦਿਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤ ਅਪੂਛੇ। ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਅਖੂਟ ਅਬੇਚਲ। ਸ਼ੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਤਨੰਤਰ। ਕੀਰਤ ਹਮਰੀ ਕਰ ਕਰ ਹੋਈ ਭਗਤ ਹਮਾਰੀ ਸਭਨੀ ਲੋਈ। ਪਿਤਾ ਹਮਾਰੇ ਪ੍ਰਗਟੇ ਮਾਝ ਪਿਤਾ ਭੂਤ ਰਲ ਕੀਨੀ ਸਾਂਝ। ਕਹੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗ ਲੀਨੇ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੈਸਾ। ਵਾਹਿਗੁਰੂ ਜੀ। ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਬਿਦ ਜਾਨੀ। ਗੁਰਮੁਖ ਪਾਈਐ ਅਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਪਰਚੈ ਵੇਦ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਕੀ ਬਾਣੀ ਨਾਲ ਜੁੜ ਕੇ ਗੁਰੂ ਕੀ ਬਾਣੀ ਦੇ ਅਰਥਾਂ ਦਾ ਆਨੰਦ ਮਾਣ ਰਹੇ ਹੋ ਅਤੇ ਆਪਣੇ ਮਨ ਦੇ ਅੰਦਰ ਗੁਰੂ ਕੇ ਦੱਸੇ ਹੋਏ ਸਿਧਾਂਤ ਨੂੰ ਵਸਾ ਕੇ ਉਹਦੇ ਉੱਤੇ ਆਪਣੇ ਜੀਵਨ ਨੂੰ ਚਲਾ ਕੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। 941 ਅੰਗ ਤੇ ਸਿੱਧ ਗੋਸ਼ਟ ਬਾਣੀ ਦੇ ਵਿੱਚ ਇਹ 28ਵੀਂ ਪੌੜੀ ਅੱਗੇ ਪ੍ਰਾਰੰਭ ਹੋ ਰਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖ ਦਾ ਲੱਛਣ ਕਰਦੇ ਹਨ ਕਿ ਗੁਰੂ ਦਾ ਅਨੁਸਾਰੀ ਜਿਹੜਾ ਹੋ ਕੇ ਸਿੱਖ ਚੱਲਦਾ, ਗੁਰੂ ਦੇ ਸਨਮੁਖ ਰਹਿਣ ਵਾਲਾ ਸਿੱਖ, ਜੋ ਆਪਣੇ ਗੁਰੂ ਦੇ ਆਗਿਆਕਾਰ ਗੁਰਸਿੱਖ ਨੇ, ਗੁਰਮੁਖ ਪਿਆਰੇ ਨੇ, ਉਹਨਾਂ ਦੇ ਬਚਨ ਕਰਦੇ ਨੇ। ਅਥਵਾ ਕੁਛ ਐਸੇ ਵੀ ਸਤਿਗੁਰੂ ਨੇ ਦੱਸੇ ਨੇ ਵਾਕ ਕਿ ਗੁਰਮੁਖ ਅੱਖਰ ਅਕਾਲ ਪੁਰਖ ਲਈ ਵੀ ਵਰਤਿਆ ਹੈ।
ਗੁਰਮੁਖ ਅੱਖਰ ਭਾਈ ਗੁਰਦਾਸ ਜੀ ਨੇ ਜਿਵੇਂ ਵਰਤਿਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਮੁਖੀ ਗੁਰੂ, ਇਹਦਾ ਭਾਵ ਇਹ ਵੀ ਹੈ। ਫਿਰ ਜਿਹੜੇ ਪਿਛਲੇ ਸਮੇਂ ਵਿੱਚ ਵੀ ਹੋਏ ਨੇ ਜਿਨ੍ਹਾਂ ਨੇ ਗੁਰੂ ਧਾਰਨ ਕੀਤੇ ਨੇ ਉਹਨਾਂ ਬਾਰੇ ਵੀ ਜ਼ਿਕਰ ਆਵੇਗਾ। ਪ੍ਰਹਿਲਾਦ ਜੀ ਨੂੰ, ਧਰੂ ਜੀ ਨੂੰ ਵੀ ਗੁਰਮੁਖ ਲਿਖਿਆ ਹੈ। ਆਓ ਸ਼ਰਵਣ ਕਰਦੇ ਹਾਂ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰਮੁਖ ਪਰਚੈ ਵੇਦ ਵਿਚਾਰੀ। ਜਿਹੜੇ ਸਤਿਗੁਰੂ ਜੀ ਦੇ ਅਨੁਸਾਰੀ ਸਿੱਖ ਨੇ, ਗੁਰੂ ਸਾਹਿਬ ਦੇ ਸ਼ਬਦ ਨਾਲ ਜਿਹੜੇ ਪਰਚਦੇ ਨੇ, ਉਹ ਗੁਰੂ ਸਾਹਿਬ ਦੇ ਗਿਆਨ ਦੇ ਵਿਚਾਰਨ ਵਾਲਾ ਤੱਤ ਬੇਤਾ ਹੋ ਜਾਂਦਾ ਗੁਰਸਿੱਖ। ਇੱਥੇ ਵੇਦ ਦਾ ਭਾਵ ਹੈ ਗਿਆਨ। ਸੋ ਅਥਵਾ ਵੇਦ ਦਾ ਜਿਹੜਾ ਭਾਵ ਹੈ ਨਾ, ਗਿਆਨ ਵੀ ਹੈ ਅਤੇ ਵੇਦ ਹੁੰਦਾ ਕਿ ਵੇਦਾਂ ਦਾ ਗਿਆਤਾ ਵੀ ਹੋ ਜਾਂਦਾ ਉਹ। ਇਹ ਇੱਕ ਹੁਣ ਵੱਖਰੀ ਅਵਸਥਾ ਮਨ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਕਿ ਨਾਮ ਦੇ ਸੁਣਨ ਨਾਲ ਸੁਤੇ ਸਿੱਧ ਹੀ ਸਾਰਾ ਹੀ ਗਿਆਨ ਆਪਣੇ ਆਪ ਜੀ ਦਾ ਨਾਮ ਹੀ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ, ਬ੍ਰਹਮ ਗਿਆਨੀ ਨੂੰ 14 ਵਿਦਿਆ ਸਫੁਰਨ ਹੁੰਦੀਆਂ ਨੇ। ਬ੍ਰਹਮ ਗਿਆਨ ਦਾ ਮਤਲਬ ਹੁੰਦਾ ਉਹਨੂੰ ਸਾਰੇ ਪ੍ਰਕਾਰ ਦੀ ਹੀ ਵਿਦਿਆ ਆਉਂਦੀ ਹੁੰਦੀ ਹੈ, ਤੱਤ ਬੇਤਾ ਬਣ ਜਾਂਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਇਹ ਵੇਦ ਜਿਹੜੇ ਨੇ ਇਹ ਤਿੰਨਾਂ ਗੁਣਾਂ ਤੱਕ ਹੀ ਸੀਮਤ ਨੇ, ਤਮੋ ਗੁਣ, ਰਜੋ ਗੁਣ, ਸਤੋ ਗੁਣ ਤੱਕ ਵੇਦਾਂ ਦਾ ਕਥਨ ਕੀਤਾ ਹੈ। ਕਿਉਂਕਿ ਇਹਨੂੰ ਕਥਨ ਕਰਨ ਵਾਲਾ ਜੋ ਹੈ ਬ੍ਰਹਮਾ, ਉਹ ਵੀ ਤਿੰਨਾਂ ਗੁਣਾਂ ਵਿੱਚ ਹੀ ਵਰਤਿਆ ਹੈ। ਚੌਥੀ ਪਦਵੀ ਦਾ ਮਾਲਕ ਉਹ ਵੀ ਨਹੀਂ ਬਣਿਆ। ਸੋ ਇਸ ਕਰਕੇ 3 ਗੁਣਾਂ ਤੱਕ ਸੀਮਤ ਹਨ ਵੇਦ। ਪਰ ਵੇਦਾਂ ਵਿੱਚ ਨਾਮ ਦੀ ਮਹਿਮਾ ਜ਼ਰੂਰ ਕਹੀ ਹੈ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਧੁਰ ਕੀ ਬਾਣੀ ਜਿਹੜੀ ਹੈ ਇਹ ਸਭ ਤੋਂ ਸ਼੍ਰੋਮਣੀ ਹੈ। ਆਪਾਂ ਕਿਸੇ ਦੀ ਨਰਾਦਰੀ ਨਹੀਂ ਕਰਦੇ। ਜਿੱਥੇ ਕਿਸੇ ਦੀ ਪੋਸਟ ਹੈ, ਜਿੱਥੇ ਕਿਸੇ ਦਾ ਥਾਂ ਹੈ, ਉਹ ਹੀ ਦੱਸ ਰਹੇ ਹਾਂ। ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਕਿ ਸਾਡੇ ਸਤਿਗੁਰੂ ਜਾਣ ਬੁੱਝ ਕੇ ਅਸੀਂ ਉਹਨਾਂ ਨੂੰ ਵੱਡੇ ਕਹਿ ਰਹੇ, ਨਹੀਂ। ਉਹ ਤਾਂ ਫਰਮਾਨ ਹੀ ਹੈ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਦੇ ਅੱਗੇ ਬੜੇ ਬੜੇ ਪੀਰ, ਪੈਗੰਬਰ, ਸਿੱਧ, ਗੁਰੂ, ਛੋਟੇ ਮੋਟੇ ਸਭ ਝੁਕੇ ਨੇ। ਗੋ ਗਿਰ ਮਾਰਗ ਦੇਈ, ਜਿਨ੍ਹਾਂ ਨੂੰ ਪਹਾੜਾਂ ਨੇ ਰਸਤਾ ਦਿੱਤਾ, ਨਦੀਆਂ ਨੇ ਰਸਤਾ ਦਿੱਤਾ, ਸਮੁੰਦਰ ਨੇ ਰਸਤਾ ਦਿੱਤਾ। ਗੁਰਮੁਖ ਪਰਚੈ ਤਰੀਐ ਤਾਰੀ। ਗੁਰੂ ਸਾਹਿਬ ਦੇ ਅਨੁਸਾਰ ਹੀ ਜਿਹੜਾ ਨਾਮ ਸਿਮਰਨ ਦੀ ਤਾਰੀ ਦੁਆਰਾ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਤਤ ਬੇਤਾ। ਕਿਉਂਕਿ ਉਹ ਪਤੀਜਦਾ ਹੈ ਗੁਰਸਿੱਖ। ਸਤਿਗੁਰੂ ਜੀ ਜੋ ਉਪਦੇਸ਼ ਕਰਦੇ ਨੇ ਉਹਦਾ ਮਨ ਉਹਦੇ 'ਤੇ ਪਤੀਜਦਾ ਹੈ, ਮਨ ਮੰਨਦਾ ਹੈ। ਜਦੋਂ ਤੱਕ ਸਾਡਾ ਮਨ ਨਹੀਂ ਮੰਨਦਾ ਉਦੋਂ ਤੱਕ ਅਸੀਂ ਨਾਮ ਨਹੀਂ ਜਪਦੇ। ਮਨ ਮੰਨਣ ਦੀ ਗੱਲ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ। ਸੋ ਸਤਿਗੁਰੂ ਅਨੁਸਾਰੀ ਜਿਹੜੇ ਗੁਰਮੁਖ ਨੇ ਗੁਰੂ ਸ਼ਬਦ ਨਾਲ ਪਤੀਜਦੇ ਨੇ। ਸ਼ਬਦ ਦੁਆਰਾ ਫਿਰ ਉਹ ਆਤਮਿਕ ਸੋਝੀ ਵਾਲਾ ਹੁੰਦਾ। ਦੁਨੀਆ ਅੰਦਰ ਸੋਝੀ ਤਾਂ ਸਾਰਿਆਂ ਨੂੰ ਹੀ ਹੈ, ਪਰ ਆਤਮਿਕ ਸੋਝੀ ਵੱਖਰੀ ਹੈ। ਇੰਨੀ ਕਪੈਸਿਟੀ ਹਰੇਕ ਬੰਦੇ ਦੀ ਨਹੀਂ ਕਿ ਉਹਨੂੰ ਸਾਰੀ ਸੋਝੀ ਹੋ ਜਾਵੇ। ਇੱਕ ਡਾਕਟਰ ਬੜੀ ਉੱਚੀ ਸੋਝੀ ਰੱਖਦਾ ਆਪਣੇ ਕੰਮ ਵਿੱਚ, ਪਰ ਡਾਕਟਰ ਨੂੰ ਕਹੀਏ ਵੱਡੀ ਸਾਰੀ ਬਿਲਡਿੰਗ ਬਣਾਉਣੀ ਹੈ, ਪੁਲ ਬਣਾਉਣਾ ਹੈ, ਜਾਂ ਕੰਪਿਊਟਰ ਦਾ ਇਹ ਹਾਰਡਵੇਅਰ ਦਾ ਕੰਮ ਕਰਨਾ, ਉਹ ਕਹੇ ਭਈ ਇਹ ਮੈਂ ਸਿੱਖਿਆ ਹੀ ਨਹੀਂ। ਉਹਦੇ ਕੋਲ ਇੱਕ ਨੌਲੇਜ ਹੈ, ਉਹ ਡਾਕਟਰ ਹੈ। ਕਿਸੇ ਡਾਕਟਰ ਕੋਲ ਜਾਂਦੇ ਹਾਂ ਜੀ, ਇਹ ਓਪਰੇਸ਼ਨ ਕਰਨਾ, ਉਹ ਕਹਿੰਦਾ ਭਾਈ ਮੈਂ ਸਰਜੀਕਲ ਨਹੀਂ, ਮੈਂ ਸਰਜਰੀ ਦਾ ਕੋਰਸ ਨਹੀਂ ਕੀਤਾ, ਮੈਂ ਤਾਂ ਸਿਰਫ ਅੱਖਾਂ ਦਾ ਡਾਕਟਰ ਹਾਂ। ਦੇਖੋ ਉੱਥੇ ਅੱਖਾਂ ਦੇ ਡਾਕਟਰ ਨੂੰ ਜੇ ਕਹੀਏ ਕਿ ਤੂੰ ਪੇਟ ਦਾ ਰੋਗ ਠੀਕ ਕਰ, ਉਹ ਕਹਿੰਦਾ ਨਹੀਂ ਭਾਈ ਮੈਂ ਉਹਦੇ ਲਈ ਤਾਂ ਸਮਝੋ ਮੈਨੂੰ ਜਾਣਕਾਰੀ ਨਹੀਂ ਹੈ। ਸੋ ਇਸ ਪ੍ਰਕਾਰ ਹੀ ਸਾਰੀ ਦੁਨੀਆ ਵਿੱਚ ਸਾਰੇ ਮਨੁੱਖ ਸਿਆਣੇ ਤਾਂ ਹਨ, ਆਪੋ ਆਪਣੇ ਕੰਮਾਂ ਦੇ ਵਿੱਚ ਸੋਝੀ ਵਾਲੇ ਨੇ। ਵਿਆਹਾਂ ਦੇ ਕੰਮ ਕਰਨੇ, ਮਰਗਤ ਦੇ ਕੰਮ ਕਰਨੇ। ਬਜ਼ੁਰਗਾਂ ਨੂੰ ਪੁੱਛਿਆ ਜਾਂਦਾ ਇਹ ਇੱਥੇ ਕੀ ਕਰੀਦਾ, ਇੱਥੇ ਕੀ ਕਰੀਦਾ, ਉਹ ਵੀ ਇਸ ਕੰਮ ਲਈ ਮਾਹਰ ਮੰਨੇ ਜਾਂਦੇ ਨੇ।
ਪਰ ਜਦੋਂ ਆਤਮਿਕ ਸੋਝੀ ਦੀ ਗੱਲ ਆਈ, ਉੱਥੇ ਜੀਵ ਅਗਿਆਨਤਾ ਦੇ ਹਨੇਰੇ ਵਿੱਚ ਸਾਰੇ ਭਟਕ ਰਹੇ ਨੇ। ਆਤਮਿਕ ਸੋਝੀ ਵਾਲਾ ਕੋਈ ਇੱਕ ਅੱਧਾ ਹੁੰਦਾ। ਆਤਮਿਕ ਸੋਝੀ ਵਾਲੇ ਨੂੰ ਹੀ ਕਹਿੰਦੇ ਇਹਨੂੰ ਬ੍ਰਹਮ ਦਾ ਗਿਆਨ ਹੈ। ਗੁਰਮੁਖ ਪਰਚੈ ਅੰਤਰ ਵਿਦ ਜਾਨੀ, ਕਿਉਂਕਿ ਗੁਰੂ ਸ਼ਬਦ ਨਾਲ ਪਤੀਦਾ ਹੈ ਗੁਰਮੁਖ, ਜਿਸ ਕਰਕੇ ਉਹ ਅੰਦਰਲੀ ਆਤਮਿਕ ਰਹਿਣੀ ਦੀ ਜੁਗਤੀ ਜਿਹੜੀ ਆ ਉਹਨੂੰ ਜਾਣ ਲੈਂਦਾ, ਅੰਦਰਲੀ ਸਾਰੀ ਵਿਧੀ। ਕਿਉਂਕਿ ਆਪਾਂ ਤੇ ਬਾਹਰ ਦੀ ਯਾਤਰਾ ਕੀਤੀ ਹੈ। ਕਿਸੇ ਬੰਦੇ ਨੂੰ ਇੱਥੇ ਪੁੱਛੋ ਕਿਉਂ ਬਈ ਤੂੰ ਆ ਜਿਸ ਸ਼ਹਿਰ ਵਿੱਚ ਰਹਿੰਦੇ ਇਹਦੇ ਬਾਰੇ ਲਓ, ਜਿਹੜਾ ਮਰਜ਼ੀ ਪੁੱਛੋ, ਮੈਂ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ, 50 ਹੋ ਗਏ, ਕੋਈ 80 ਸਾਲਾਂ ਦਾ ਰਹਿ ਰਿਹਾ। ਬਾਹਰਲੇ ਦੇਸ਼ਾਂ ਵਿੱਚ ਮੈਂ ਗਿਆ, ਕਿਸ ਦੇਸ਼ ਦੀ ਮਰਜ਼ੀ ਗੱਲ ਪੁੱਛੋ, ਪਰ ਜੇ ਉਹਨੂੰ ਪੁੱਛੀਏ ਤਾਂ ਅੰਦਰਲੀ ਅਵਸਥਾ ਬਾਰੇ ਜ਼ਿਕਰ ਕਰ ਕਿ ਅੰਦਰ ਕੀ ਦਿਖਦਾ ਹੈ, ਉਹ ਕਹਿੰਦਾ ਅੰਦਰ ਤਾਂ ਕੁਛ ਨਹੀਂ, ਹਨੇਰਾ ਜਿਹਾ ਹੀ ਅੰਦਰ ਤਾਂ। ਕਿਉਂਕਿ ਅੰਦਰਲੀ ਅਵਸਥਾ ਬਣਨੀ ਇੱਕ ਵੱਖਰੀ ਗੱਲ ਹੈ। ਬਾਹਰ ਦੀ ਅਵਸਥਾ ਤਾਂ ਸਾਰਿਆਂ ਦੀ ਬਣੀ ਹੋਈ ਹੈ। ਆਪਣੇ ਘਰ ਦਾ ਸਭ ਨੂੰ ਪਤਾ ਕਿੱਥੇ ਹੈ, ਮੇਰਾ ਘਰ ਕਿਹੜੇ ਥਾਂ 'ਤੇ ਹੈ, ਸਟਰੀਟ ਨੰਬਰ ਕਿੰਨਾ ਹੈ, ਹਰ ਗੱਲ ਦਾ ਗਿਆਨ ਹੈ। ਮੇਰਾ ਦਫ਼ਤਰ ਕਿੱਥੇ ਹੈ, ਮੇਰਾ ਕਾਲਜ ਸਕੂਲ ਕਿੱਥੇ ਹੈ, ਏਅਰਪੋਰਟ ਕਿੱਥੇ ਹੈ, ਹਰ ਗੱਲ ਬਾਰੇ ਮਨੁੱਖ ਦੱਸ ਸਕਦਾ ਹੈ। ਪਰ ਜਦੋਂ ਪੁੱਛੇ ਅੰਦਰ ਖਾਲੀ ਨਾਮ ਬਿਨ, ਅੰਦਰ ਨਹੀਂ ਹੈ ਮੈਨੂੰ ਪਤਾ ਕੁਛ। ਸਤਿਗੁਰੂ ਕਹਿੰਦੇ ਅੰਦਰ ਦੀ ਜਿਹੜੀ ਵਿਧੀ ਹੈ ਨਾ, ਅੰਦਰ ਦੀ ਜੁਗਤੀ ਹੈ, ਅੰਦਰ ਦੀ ਸੋਝੀ ਹੈ, ਉਹ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਨਾਲ ਜੁੜੇ ਗੁਰੂ ਅਨੁਸਾਰੀ ਹੋ ਕੇ ਚੱਲਦੇ ਨੇ ਨਾ, ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੈਣ ਨਾਲ ਉਹਨਾਂ ਨੂੰ ਅੰਦਰਲੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ ਆ। ਉਹ ਇੱਕ ਲਾਈਟ ਹੈ ਜਿਹੜੀ ਨਜ਼ਰ ਨਹੀਂ ਆਉਂਦੀ, ਪ੍ਰਕਾਸ਼ ਹੈ ਜਿਹੜਾ ਸਤਿਗੁਰੂ ਦੀ ਕਿਰਪਾ ਦੁਆਰਾ ਉਹਨੂੰ ਪ੍ਰਾਪਤ ਹੁੰਦਾ। ਗੁਰਮੁਖ ਪਾਈਐ ਅਲਖ ਅਪਾਰ, ਸੋ ਗੁਰਮੁਖ ਬਣ ਕੇ ਹੀ ਲਖਤਾ ਤੋਂ ਰਹਿਤ ਤੇ ਬੇਅੰਤ ਪ੍ਰਭੂ ਨੂੰ ਪਾ ਸਕੀਦਾ ਹੈ। ਗੁਰਮੁਖ ਪਾਈਐ ਅਲਖ ਅਪਾਰ, ਗੁਰਮੁਖ ਬਣ ਕੇ। ਤੇ ਗੁਰਮੁਖ ਦਾ ਸੌਖਾ ਤਰੀਕਾ ਦੱਸਿਆ ਕਿ ਜਿਹੜਾ ਗੁਰੂ ਦੇ ਅਨੁਸਾਰੀ ਹੈ। ਅਸੀਂ ਅੱਗੋਂ ਕਿੰਤੂ ਨਹੀਂ ਕਰਦੇ, ਕਿਉਂਕਿ ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੇ ਸਤਿਗੁਰੂ ਨੇ ਜਿਹੜਾ ਬਚਨ ਕਰਤਾ, ਭਾਈ ਆਹ ਕੰਮ ਕਰਨਾ, ਸਤ ਬਚਨ ਜੀ। ਸਿੱਖ ਦਾ ਕੰਮ ਹੈ ਜਦੋਂ ਸਤਿਗੁਰੂ ਦਾ ਬਚਨ ਹੁੰਦਾ ਹੋਵੇ ਉਦੋਂ ਮੂਹਰੋਂ ਨਹੀਂ ਆਪਣੀ ਵਿਚਾਰ ਦਈ ਦੀ, ਨਾ ਹੀ ਕਹੀਦਾ ਕਿ ਇਹ ਠੀਕ ਨਹੀਂ, ਇਹ ਗਲਤ ਹੈ, ਇਹ ਮੈਨੂੰ ਜਚਿਆ ਨਹੀਂ। ਹੁਕਮ ਹੈ ਬਸ। ਜਦੋਂ ਹੁਕਮ ਹੋ ਗਿਆ ਉਹਦੇ ਅੱਗੇ ਕੋਈ ਵਿਚਾਰ ਨਹੀਂ, ਉਹ ਮੰਨ ਲੈਣਾ ਹੀ ਚੰਗਾ ਹੁੰਦਾ। ਅੱਜ ਦੇ ਯੁੱਗ ਵਿੱਚ ਨਾ ਕਾਮਯਾਬੀ ਸਾਡੀ ਕਿਉਂ ਹੋਈ, ਸਿੱਖੀ ਵਿੱਚ ਕਾਮਯਾਬੀ ਨਹੀਂ ਹੋ ਰਹੀ, ਉਹ ਇਸੇ ਕਰਕੇ ਕਿ ਅਸੀਂ ਪੜ੍ਹੇ ਲਿਖੇ ਹੋ ਗਏ, ਸਿਆਣੇ ਹੋ ਗਏ, ਅਤੇ ਅਸੀਂ ਅੱਗੋਂ ਉਸ ਗੱਲ 'ਤੇ ਤਰਕ ਕਰ ਦਿੰਦੇ ਹਾਂ ਕਿ ਇਹ ਸਤਿਗੁਰੂ ਜੀ ਇਹ ਕਿਉਂ, ਹੁਣ ਤਾਂ ਬੜੇ ਟੈਂਕ ਤੋਪਾਂ ਆ ਗਏ ਜੀ, ਕਿਰਪਾਨ ਦੀ ਕੀ ਲੋੜ ਹੈ, ਹੁਣ ਕੰਘੇ ਦੀ ਕੀ ਲੋੜ ਹੈ, ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ ਸਾਰੀਆਂ। ਟਿਕੇ ਰਹੋ, ਹਲੇ ਸਾਲ 5 ਜਾਂ 10 ਹੋਰ ਲੰਘ ਲੈਣ ਦਿਓ, ਸਾਇੰਸ ਖੁਦ ਹੀ ਸਿੱਧ ਕਰੇਗੀ ਇਹਨਾਂ ਗੱਲਾਂ ਨੂੰ। ਜਿੰਨਾ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ, ਸਾਇੰਸ ਨੂੰ ਤਾਂ ਉਦੋਂ ਪਤਾ ਵੀ ਨਹੀਂ ਸੀ ਕਿ ਧਰਤੀ ਘੁੰਮਦੀ ਹੈ ਜਾਂ ਧਰਤੀ ਚੰਦਰਮਾ ਸਿਤਾਰੇ ਕੀ ਕਿਰਿਆ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ 'ਚ ਪਹਿਲਾਂ ਹੀ ਦੱਸ ਦਿੱਤਾ ਸੀ। ਪੰਗਤ ਦੀ ਜੁਗਤੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸ਼ੁਰੂ ਕੀਤੀ, ਗੁਰੂ ਅਮਰਦਾਸ ਦੇ ਰੂਪ ਵਿੱਚ ਵੀ ਸ਼ੁਰੂ ਕੀਤੀ ਹੈ, ਉਹਦਾ ਗਿਆਨ ਹੁਣ ਹੋ ਰਿਹਾ। ਕੇਸਾਂ ਦਾ ਗਿਆਨ ਵੀ ਹੁਣ ਹੋ ਰਿਹਾ, ਕੰਘੀ ਦਾ ਗਿਆਨ ਵੀ ਹੁਣ ਹੋ ਰਿਹਾ। ਕੰਘਾ ਜਿੰਨੀ ਸਿਰ ਦੇ ਵਿੱਚ ਸਾਡੇ ਕੇਸ ਨੇ, ਇਹਨਾਂ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਉਹਨੂੰ ਕੰਘਾ ਹੀ ਕੰਟਰੋਲ ਕਰਦਾ। ਸਾਰੀ ਸਾਇੰਸ ਹੈ ਇਹ, ਔਰ ਬਹੁਤ ਹਾਈ ਕਲਾਸ। ਜਦੋਂ ਕਿ ਜਿਹਨੂੰ ਸਾਨੂੰ ਸੋਝੀ ਆਵੇਗੀ ਆਪਾਂ ਸਮਝਦੇ ਹਾਂ ਵੀ ਸਾਡੇ ਗੁਰੂ ਸਾਹਿਬ ਨੂੰ ਪਤਾ ਹੀ ਨਹੀਂ, ਸਾਇੰਸਦਾਨਾਂ ਨੂੰ ਜਾਂ ਹੋਰਨਾਂ ਨੂੰ ਜ਼ਿਆਦਾ ਪਤਾ। ਸੋ ਕਿਰਪਾਨ ਇਹਦਾ ਗਿਆਨ ਵੀ ਬਾਅਦ ਵਿੱਚ ਹੋਣਾ, ਹੌਲੀ ਹੌਲੀ ਸਾਰਿਆਂ ਨੂੰ ਫਿਰ ਆਪੇ ਪਾਉਣਗੇ। ਖੁਆਰ ਹੋਏ ਸਭ ਮਿਲਣਗੇ, ਥੋੜ੍ਹਾ ਚਿਰ ਰੁਕਣ ਦੀ ਲੋੜ ਹੈ, ਫਿਰ ਆਪਣੇ ਆਪ ਹੀ ਸਭ ਸਾਹਮਣੇ ਆ ਜਾਣਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਗੁਰਮੁਖ ਮੁਕਤ ਦੁਆਰ। ਸਤਿਗੁਰੂ ਫਰਮਾਉਂਦੇ ਗੁਰਮੁਖ ਬਣ ਕੇ ਮੁਕਤੀ ਦਾ ਘਰ ਜਿਹੜਾ ਦਰਵਾਜ਼ਾ ਹੈ ਗਿਆਨ, ਇਹਨੂੰ ਪ੍ਰਾਪਤ ਕਰ ਲਈਦਾ। ਤਾਂ ਤੇ ਸਤਿਗੁਰੂ ਮਹਾਰਾਜ ਸਿੱਧਾਂ ਨੂੰ ਅਤੇ ਸਾਨੂੰ ਹੁਣ ਇਹ ਉਪਦੇਸ਼ ਕਰ ਰਹੇ ਨੇ। ਆਓ ਅਗਲੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। 29ਵੀਂ ਪੌੜੀ। ਗੁਰਮੁਖ ਅਕਥ ਕਥੈ ਵਿਚਾਰ। ਗੁਰੂ ਅਨੁਸਾਰੀ ਜਿਹੜੇ ਸਿੱਖ ਨੇ ਉਹ ਗੁਰੂ ਸ਼ਬਦ ਵਿਚਾਰ ਦੁਆਰਾ ਅਕਥ ਜੋ ਵਾਹਿਗੁਰੂ ਹੈ ਨਾ ਉਹਦੇ ਗੁਣ ਕਥਦਾ ਹੈ। ਕਿਉਂਕਿ ਆਪਾਂ ਤਾਂ ਨਹੀਂ ਕਥਨ ਕਰ ਸਕਦੇ ਆਪਣੀ ਬੁੱਧੀ ਨਾਲ।
ਜੇ ਸਾਡੀ ਆਪਣੀ ਬੁੱਧੀ ਹੀ ਕਥਨ ਕਰ ਸਕਦੀ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕੋਈ ਕਥਨ ਕਰ ਲੈਂਦਾ ਤਾਂ ਨਹੀਂ। ਅਸੀਂ ਧੁਰ ਕੀ ਬਾਣੀ ਦੇ ਰਾਹੀਂ ਹੀ ਅਕਾਲ ਪੁਰਖ ਨੂੰ, ਉਹਦੇ ਗੁਣਾਂ ਨੂੰ ਕਥਨ ਕਰ ਰਹੇ ਹਾਂ। ਜਿੰਨੇ ਗੁਣ ਜਾਪ ਸਾਹਿਬ 'ਚ ਮਹਾਰਾਜ ਨੇ ਕਥਨ ਕੀਤੇ ਨੇ, ਅਕਾਲ ਉਸਤਤ ਬਾਣੀ 'ਚ ਕਥਨ ਕੀਤੇ ਨੇ, ਆਪਾਂ ਕਿੱਥੋਂ ਕਰ ਸਕਦੇ ਹਾਂ? ਕਿੰਨੀ ਕੁ ਬੁੱਧੀ ਆਪਣੀ। ਫਿਰ ਨਾਲੇ ਆਪਾਂ ਸਤਿਗੁਰੂ ਤੋਂ ਤਾਂ ਕਿਤੇ ਛੋਟੇ ਆ ਨਾ, ਕਿਣਕਾ ਮਾਤਰੀਆਂ। ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ, ਕਿਆ ਹਮ ਕਿਰਮ ਨਾਨ ਨਿਕ ਕੀਰੇ। ਅਸੀਂ ਤਾਂ ਐਵੇਂ ਕੀੜੇ ਮਕੌੜੇ ਆਪ ਦੇ ਸਾਹਮਣੇ, ਆਪ ਜੀ ਤੇ ਬਹੁਤ ਵੱਡੇ ਹੋ। ਕਈ ਲੋਕ ਕਹਿਣਗੇ ਇੱਥੇ ਮਨੁੱਖ ਨੂੰ ਗੁਰਬਾਣੀ ਦੇਵ ਜੀ ਥੱਲੇ ਲਾਤਾ, ਬਿਲਕੁਲ ਕੀੜਾ ਮਕੌੜਾ। ਆਮ ਤੌਰ 'ਤੇ ਉਹੀ ਮਨੁੱਖ ਜੋ ਕਿਸੇ ਬਹੁਤ ਅਮੀਰ ਬੰਦੇ ਦੇ ਸਾਹਮਣੇ ਜਾਂਦਾ, ਆਪਾਂ ਨੋਟ ਕਰਨੀ ਹੈ ਗੱਲ, ਕਿਸੇ ਬਹੁਤ ਵੱਡੇ ਬੰਦੇ ਅੱਗੇ ਜਾ ਕੇ ਕਹਿਣਗੇ ਅਸੀਂ ਤਾਂ ਤੁਹਾਡੇ ਸਾਹਮਣੇ ਬਿਲਕੁਲ ਤੁੱਛ ਜਿਹੇ ਹਾਂ ਜੀ, ਕੀੜੇ ਮਕੌੜੇ, ਸਾਡੇ ਕੋਲ ਕੀ ਹੈ, ਤੁਸੀਂ ਤਾਂ ਬਹੁਤ ਅਮੀਰ ਬੰਦੇ ਹੋ। ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ ਨੇ, ਸੋਝੀ ਵਾਲੇ ਨੇ। ਸਤਿਗੁਰੂ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨ ਦੇਣ ਵਾਲੇ ਨੇ। ਸਤਿਗੁਰੂ ਦੇ ਅੱਗੇ ਤਾਂ ਸਾਡਾ ਕੀ, ਸਾਡੀ ਬੁੱਧੀ ਹੈ ਤੁੱਛ ਜੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਰਮੁਖ ਨਿਭੈ ਸਹਿ ਪਰਿਵਾਰ। ਗੁਰੂ ਅਨੁਸਾਰ ਹੀ ਸਿੱਖ ਜਿਹੜਾ ਨਾ, ਉਹ ਪਰਿਵਾਰ ਵਿੱਚ ਰਹਿੰਦਿਆਂ ਹੀ ਜੀਵਨ ਬਾਜੀ 'ਚੋਂ ਪੁੱਗ ਜਾਂਦਾ ਹੈ। ਪਰਿਵਾਰ ਵਿੱਚ ਰਹਿੰਦਿਆਂ ਨਾਲ ਤਾਂ ਪਰਿਵਾਰ ਨੂੰ ਤਾਰ ਲੈਂਦਾ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਿਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵੈ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਨ ਜਾਣੈ ਮਨ ਕੋਏ। ਗੁਰਮੁਖ ਜਪੀਐ ਅੰਤਰ ਪਿਆਰ। ਹੁਣ ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਜਿਹੜਾ ਸਿੱਖ ਜਾਣਦਾ ਕਿ ਗੁਰੂ ਰਾਹੀਂ ਹਿਰਦੇ ਵਿੱਚ ਪਿਆਰ ਨਾਲ ਵਾਹਿਗੁਰੂ ਨੂੰ ਜਪਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਬਚਨ ਕੀਤਾ ਨਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਸੱਚਾ ਜੋ ਸਾਹਿਬ ਮਾਲਕ ਹੈ, ਉਹਦਾ ਨਾਮ ਵੀ ਸੱਚਾ ਹੈ, ਉਹਦੀ ਬੋਲੀ ਕੀ ਹੈ? ਭਾਖਿਆ ਭਾਉ ਅਪਾਰ। ਅਪਾਰ ਪਾਰਾਵਾਰ ਤੋਂ ਰਹਿਤ ਜੋ ਪਰਮੇਸ਼ਰ ਹੈ, ਉਹਨੂੰ ਜਿਹੜਾ ਭਾਖਿਆ ਉਚਾਰਨ ਕਰਨਾ ਹੈ, ਉਹ ਭਾਵ ਨਾਲ ਕਰਨਾ ਹੈ। ਪ੍ਰੇਮ ਨਾਲ ਤੁਸੀਂ ਕੁਛ ਵੀ ਕਹੀ ਜਾਓ, ਪ੍ਰੇਮ ਨਾਲ ਕਿਹਾ ਹੋਇਆ ਉਹ ਪ੍ਰਵਾਨ ਕਰ ਲੈਂਦਾ। ਕੋਈ ਰਾਮ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ। ਜਿਵੇਂ ਜ਼ਿਮੀਂਦਾਰ ਨੇ ਆੜਬੰਦ ਕਹਿ ਕੇ ਹੀ ਪ੍ਰਾਪਤੀ ਕਰ ਲਈ ਸੀ। ਪਰਮੇਸ਼ਰ ਤੱਕ ਆਪਾਂ ਜੇ ਵਿਚਾਰ ਕਰੀਏ ਤਾਂ ਬਹੁਤ ਹੀ ਦਿਆਲੂ, ਕਿਰਪਾਲੂ ਸੁਭਾਵ ਦੇ ਨੇ, ਸਾਰਿਆਂ ਨੂੰ ਇੱਕ ਜੈਸਾ ਪਿਆਰ ਕਰਨ ਵਾਲੇ ਨੇ। ਪਰਮੇਸ਼ਰ ਦੇ ਮਨ ਦੇ ਅੰਦਰ ਕਿਸੇ ਪ੍ਰਤੀ ਕੋਈ ਸਾਡੇ ਵਾਂਗੂ ਨਹੀਂ ਈਰਖਾ ਭਾਵਨਾ, ਉਹ ਤਾਂ ਸਾਰਿਆਂ ਨੂੰ ਆਪਣਾ ਹੀ ਸਮਝਦੇ ਨੇ। ਇਸ ਕਰਕੇ ਗੁਰੂ ਦੇ ਰਾਹੀਂ ਹਿਰਦੇ 'ਚ ਪਿਆਰ ਨਾਲ ਪ੍ਰਭੂ ਨੂੰ ਜਪਣਾ ਉਸੇ ਨੂੰ ਪਤਾ ਲੱਗਦਾ ਜਿਹੜਾ ਗੁਰੂ ਦੇ ਅਨੁਸਾਰ ਹੋ ਕੇ ਗੁਰਸਿੱਖ ਚੱਲਦਾ ਹੈ। ਗੁਰਮੁਖ ਪਾਈਐ ਸ਼ਬਦ ਆਚਾਰ। ਗੁਰੂ ਅਨੁਸਾਰੀ ਸਿੱਖ ਜਿੰਨੇ ਵੀ ਨੇ ਉਹ ਜਾਣਦੇ ਨੇ ਕਿ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਉੱਚੇ ਆਚਰਣ ਵਾਲੇ ਬਣ ਸਕੀਦਾ। ਜਦੋਂ ਸਾਡਾ ਗੁਰਬਾਣੀ ਦੇ ਨਾਲ ਜੋੜ ਮੇਲ ਹੋ ਗਿਆ, ਗੁਰਬਾਣੀ ਨੇ ਸਾਨੂੰ ਥੱਲੇ ਡਿੱਗਣ ਹੀ ਨਹੀਂ ਦੇਣਾ, ਕਿਉਂਕਿ ਗੁਰਬਾਣੀ ਸਾਡੇ ਵਿਚਾਰਾਂ ਨੂੰ ਉੱਤਮ ਵਿਚਾਰ ਬਣਾਉਂਦੀ ਹੈ। ਬਾਕੀ ਸੰਸਾਰ ਦੇ ਜਿਤਨੇ ਗਾਣੇ ਨੇ, ਨਾਵਲ ਨੇ, ਮੈਗਜ਼ੀਨ ਨੇ, ਸੰਸਾਰ ਦੇ ਵਿੱਚ ਫਿਲਮਾਂ ਨੇ, ਸੰਸਾਰ ਦੀਆਂ ਗੱਲਾਂ ਨੇ, ਤੁਸੀਂ ਦੇਖੋਗੇ ਕਿ ਸੰਸਾਰ ਦੇ ਜੀਵ ਨੀਵੇਂ ਪਾਸੇ ਨੂੰ ਜ਼ਿਆਦਾ ਜਾਂਦੇ ਨੇ। ਹਮੇਸ਼ਾ ਨੀਚ ਗੱਲ ਕਰਨੀ, ਘਟੀਆ ਗੱਲਾਂ ਕਰਨੀਆਂ, ਜਿੱਥੇ ਦੋ ਜਾਣੇ ਖੜ੍ਹ ਗਏ ਉੱਥੇ ਹੋਰ ਹੀ ਪੁੱਠੀਆਂ ਗੱਲਾਂ ਕਰਨੀਆਂ। ਇਸੇ ਕਰਕੇ ਸਤ ਸੰਗਤ ਨੂੰ ਵੱਡਾ ਕਿਹਾ ਹੈ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਓ। ਤਾਈਓ ਆਮ ਲੋਕਾਂ ਦੀ ਸੰਗਤ ਕਰਕੇ ਇੰਨਾ ਪਤਾ ਨਹੀਂ ਚੱਲਦਾ, ਜਿੰਨਾ ਸੰਗਤ ਵਿੱਚ ਬਹਿ ਕੇ ਬਿਰਤੀਆਂ ਉੱਚੀਆਂ ਉੱਠ ਜਾਂਦੀਆਂ ਨੇ। ਜਿਵੇਂ ਖੇਤਾਂ ਦੇ ਵਿੱਚ ਕੋਈ ਵੇਲ ਉੱਗ ਗਈ, ਕੋਈ ਬੀਜ ਡਿੱਗਿਆ, ਵੇਲ ਵੱਡੀ ਹੋ ਗਈ ਥੋੜ੍ਹੀ ਜਿਹੀ, ਅਤੇ ਲਾਗੇ ਇੱਕ ਟੋਆ ਸੀ ਡੂੰਘਾ, ਖੱਡਾ ਪੱਟਿਆ ਸੀ, ਉਹ ਖੱਡੇ ਵਿੱਚ ਜਾ ਵੜੀ ਕਿਉਂਕਿ ਖੱਡੇ ਦੀ ਸੰਗਤ ਹੋ ਗਈ। ਦੂਸਰੀ ਵੇਲ ਨੂੰ ਸੰਗਤ ਹੋ ਗਈ ਇੱਕ ਬਹੁਤ ਉੱਚੇ ਦਰਖਤ ਦੀ, ਉਹ ਉਸ ਦਰਖਤ ਦੇ ਨਾਲ ਲੱਗ ਕੇ ਉੱਪਰ ਤਾਹਾਂ ਤੱਕ ਚਲੀ ਗਈ। ਇੱਕ ਵੇਲ ਦੇ ਲਾਗੇ ਕੁਛ ਵੀ ਨਹੀਂ, ਪੈਰਲਲ ਥਾਂ ਹੈ, ਉਹ ਪੈਰਲਲ ਹੀ ਰਹਿ ਗਈ। ਸੋ ਇਸੇ ਤਰ੍ਹਾਂ ਹਰ ਮਨੁੱਖ ਦੁਨੀਆ ਅੰਦਰ ਜਨਮ ਲੈਂਦਾ, ਕੁਸੰਗੀਆਂ ਦੀ ਸੰਗਤ ਹੋਣ ਨਾਲ ਕਈ ਤਾਂ ਡੂੰਘੇ ਟੋਏ ਵਾਂਗੂ ਥੱਲੇ ਨੂੰ ਹੀ ਚਲੇ ਜਾਂਦੇ ਨੇ, ਨੀਚ ਹਰਕਤਾਂ ਵਾਲੇ ਬਣ ਜਾਂਦੇ ਨੇ।
ਕਈ ਪੈਰਲਲ ਜਿਹੇ ਰਹਿ ਜਾਂਦੇ ਨੇ, ਬਸ ਰੋਟੀ ਕਮਾਈ, ਖਾਈ, ਸੌਂ ਲਿਆ, ਖਾ ਲਿਆ, ਚਲੋ ਜ਼ਿੰਦਗੀ ਬਤੀਤ ਹੋ ਗਈ। ਇੱਕ ਉਹ ਨੇ ਜਿਨ੍ਹਾਂ ਨੂੰ ਸਤ ਸੰਗਤ ਦਾ ਉੱਚਾ ਸਾਰਾ ਦਰਖਤ, ਕੋਈ ਬ੍ਰਹਮ ਗਿਆਨੀ ਨਾਮ ਰਸੀਆ ਮਿਲ ਗਿਆ, ਕੋਈ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ, ਆਤਮਿਕ ਸੋਝੀ ਦਿੱਤੀ, ਗੁਰਮੁਖ ਬਣਾਇਆ, ਸੇਵਾ ਵਿੱਚ ਲਾਇਆ, ਸਿਮਰਨ ਕਰਵਾਇਆ, ਅਤੇ ਉਹ ਆਤਮਿਕ ਮੰਡਲ ਚਲੇ ਜਾਂਦੇ ਨੇ ਉੱਪਰ, ਆਤਮਿਕ ਸੋਝੀ ਵਾਲੇ ਬਣ ਜਾਂਦੇ ਨੇ। ਉਸੇ ਦਾ ਨਾਮ ਹੀ ਆਪਾਂ ਕਹਿੰਦੇ ਹਾਂ ਮਹਾਂਪੁਰਖ। ਇੱਕ ਸਧਾਰਨ ਪੁਰਖ ਨੇ ਪੈਰਲਲ ਬੇਲ ਵਾਂਗੂ, ਇੱਕ ਨੀਚ ਪੁਰਖ ਨੇ ਜਿਹੜੇ ਟੋਏ 'ਚ ਚਲੇ ਗਏ। ਨਾਨਕ ਨੀਚ ਕਹੈ ਵਿਚਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਇਹ ਸਾਰੇ ਨੀਚ ਨੇ। ਇੱਕ ਉਹ ਨੇ ਜਿਹੜੇ ਸੰਸਾਰ ਦੇ ਅੰਦਰ ਸਧਾਰਨ ਪੁਰਖ, ਇੱਕ ਨੀਚ ਪੁਰਖ, ਇੱਕ ਹੋ ਗਏ ਉੱਤਮ ਪੁਰਖ, ਮਹਾਂਪੁਰਖ। ਉਹ ਜਿਹੜੇ ਸਤਸੰਗਤ ਕਰਦੇ ਨੇ, ਜਿਨ੍ਹਾਂ ਨੂੰ ਬਚਪਨ ਤੋਂ ਮਾਤਾ ਪਿਤਾ ਚੰਗੇ ਮਿਲੇ ਨੇ, ਜਿਨ੍ਹਾਂ ਨੂੰ ਸਾਧ ਸੰਗਤ ਮਿਲੀ ਹੈ, ਜਿਨ੍ਹਾਂ ਨੂੰ ਸੋਝੀ ਹੋ ਗਈ ਹੈ, ਮਹਾਰਾਜ ਕਹਿੰਦੇ ਉਹ ਉੱਚੇ ਆਚਰਣ ਵਾਲੇ ਬਣ ਜਾਂਦੇ ਨੇ। ਸ਼ਬਦ ਭੇਦ ਜਾਣੈ ਜਾਣਾਈ, ਉਹ ਜਿਹੜੇ ਗੁਰੂ ਕੀ ਆਗਿਆ ਵਿੱਚ ਗੁਰੂ ਸਾਹਿਬ ਦੇ ਅਨੁਸਾਰੀ ਸਨਮੁਖ ਸਿੱਖ ਚੱਲਦੇ ਨੇ ਨਾ, ਅਨੁਸਾਰੀ ਸਿੱਖ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਦੁਆਰਾ ਆਪਣਾ ਮਨ ਵਿੰਨ ਕੇ ਪ੍ਰਭੂ ਨੂੰ ਜਾਣ ਲੈਂਦੇ ਨੇ। ਅਤੇ ਸ਼ਬਦ ਭੇਦ ਜਾਣੈ, ਫਿਰ ਅੱਗੇ ਕਹਿੰਦੇ ਜਾਣ ਆਈ, ਜੱਜੇ ਨੂੰ ਕੰਨਾ ਵੀ ਹੈ, ਨਾਣੇ ਨੂੰ ਕੰਨਾ, ਇਹ ਧਿਆਨ ਰੱਖਣਾ, ਜਾਣ ਆਈ। ਅਤੇ ਹੋਰਨਾਂ ਦੀ ਪ੍ਰਭੂ ਨਾਲ ਜਾਣ ਪਛਾਣ ਕਰਵਾ ਵੀ ਦਿੰਦੇ ਨੇ। ਇਹ ਬੜੀ ਇੱਕ ਚੰਗੀ ਗੱਲ ਹੈ ਕਿ ਜਦੋਂ ਪ੍ਰਭੂ ਕਿਸੇ ਨੂੰ ਮਿਲਦੇ ਨੇ ਤਾਂ ਉਹ ਪ੍ਰਭੂ ਦਾ ਪ੍ਰਚਾਰ ਕਰਦਾ ਦੁਨੀਆ 'ਚ, ਉਹ ਪਰਮੇਸ਼ਰ ਦਾ ਪ੍ਰਚਾਰ ਕਰਦਾ, ਉਹ ਕਹਿੰਦਾ ਦੁਨੀਆ ਨੂੰ ਹੈ ਵਾਹਿਗੁਰੂ ਹੈ। ਆਪਣੀਆਂ ਇਹਨਾਂ ਅੱਖਾਂ ਨਾਲ ਮੈਂ ਤੱਕਿਆ ਉਸ ਨੂੰ, ਉਹਦੇ ਪ੍ਰਕਾਸ਼ ਨੂੰ, ਫਿਰ ਦੁਨੀਆ ਨੂੰ ਯਕੀਨ ਦਿਵਾਉਂਦੇ ਨੇ, ਆਓ ਮੈਂ ਤੁਹਾਨੂੰ ਦਿਖਾਵਾਂ ਵਾਹਿਗੁਰੂ ਜ਼ਰਰੇ ਜ਼ਰਰੇ 'ਚ ਹੈ, ਪੱਤੇ ਪੱਤੇ 'ਚ ਹੈ, ਦਿਲਾਂ ਦਿਲਾਂ 'ਚ ਹੈ। ਇਸ ਕਰਕੇ ਗੁਰਮੁਖ ਜਾਣ ਪਛਾਣ ਕਰਵਾ ਦਿੰਦੇ ਨੇ ਦੂਜਿਆਂ ਦੀ ਵੀ। ਨਾਨਕ ਹਉਮੈ ਜਾਲ ਸਮਾਈ। ਹੁਣ ਮਹਾਰਾਜ ਫਰਮਾਉਂਦੇ ਨੇ ਕਿ ਜਿਹੜੇ ਸਤਿਗੁਰੂ ਦੇ ਅਨੁਸਾਰ ਸਿੱਖ ਚੱਲਦੇ ਨੇ ਨਾ, ਉਹ ਇਹ ਜਾਣ ਲੈਂਦੇ ਨੇ ਕਿ ਹਉਮੈ ਸਾੜ ਕੇ ਫੇਰ ਹੀ ਹਰੀ ਵਿੱਚ ਸਮਾਇਆ ਜਾਂਦਾ। ਜਦੋਂ ਤੱਕ ਮੇਰੇ ਅੰਦਰ ਹਉਮੈ ਹੈ ਉਦੋਂ ਤੱਕ ਮੈਂ ਹਰੀ ਵਿੱਚ ਨਹੀਂ ਸਮਾ ਸਕਦਾ। ਉਹ ਆਪਣੇ ਅੰਦਰੋਂ ਹਉਮੈ ਨੂੰ ਸ਼ਬਦ ਦੁਆਰਾ ਸਾੜ ਕੇ ਖਤਮ ਕਰਕੇ ਵਾਹਿਗੁਰੂ ਵਿੱਚ ਲੀਨ ਹੋ ਕੇ ਇੱਕ ਰਸ ਬੈਠ ਜਾਂਦੇ ਨੇ। ਹਉਮੈ ਦੀ ਨਿਵਰਤੀ ਮਨੁੱਖ ਵਿੱਚੋਂ ਹੀ ਕਰਨੀ ਪੈਂਦੀ ਹੈ। ਹਉਮੈ ਰੋਗ ਮਾਨੁਖ ਕੋ ਦੀਨਾ। ਹਉਮੈ ਸਾਡੇ ਵਿੱਚ ਆ ਜਾਂਦੀ ਸੁਭਾਵਕ ਹੀ, ਵਿੱਚ ਧਾਤੂ ਪੰਚ ਆਪ ਪਾਵੈ। ਇਹ ਸਾਡੇ 'ਚ ਪਾਈਆਂ ਹੋਈਆਂ ਨੇ ਚੀਜ਼ਾਂ, ਪਰ ਕੱਢਣੀਆਂ ਵੀ ਉਹਨਾਂ ਨੇ। ਸਤਿਗੁਰੂ ਦੇ ਵਿੱਚ ਦੇਖੋ, ਦਸਵੇਂ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਰੂਪ। ਦਸਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਰੇ ਸਰੂਪਾਂ ਵਿੱਚ ਅਕਾਲ ਪੁਰਖ ਵਿੱਚ ਕੀ ਨਹੀਂ, ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ, ਭੈ ਹੈ, ਕੁਛ ਵੀ ਨਹੀਂ ਉੱਥੇ। ਜਦੋਂ ਸਤਿਗੁਰੂ ਵਿੱਚ ਹੰਗਤਾ ਹੈ ਹੀ ਨਹੀਂ ਤਾਂ ਅਸੀਂ ਉਹਨਾਂ ਦੇ ਮੂਹਰੇ ਜਦੋਂ ਝੁਕਦੇ ਹਾਂ ਤਾਂ ਸਾਡੇ ਵਿੱਚ ਵੀ ਨਿਮਰਤਾ ਆ ਜਾਂਦੀ, ਸਾਡੀ ਹੰਗਤਾ ਦੂਰ ਹੋ ਜਾਂਦੀ ਹੈ। ਇਸੇ ਕਰਕੇ ਕਿਹਾ ਕਿ ਸੰਗਤ ਦੇ ਜੋੜੇ ਝਾੜੋ, ਜੂਠੇ ਬਰਤਨ ਮਾਂਜੋ, ਕਿਉਂ ਲੰਗਰ ਵਰਤਾਓ, ਨਿਮਰਤਾ ਆਉਂਦੀ ਹੈ। ਗੁਰਮੁਖ ਧਰਤੀ ਸਾਚੈ ਸਾਜੀ। ਜਿਹੜੇ ਸਤਿਗੁਰੂ ਅਨੁਸਾਰ ਸਿੱਖ ਚੱਲਦੇ ਨੇ ਉਹ ਇਹ ਜਾਣਦੇ ਨੇ ਕਿ ਸੱਚੇ ਹਰੀ ਨੇ ਸਮੂਹ ਜੀਆਂ ਲਈ ਇਹ ਧਰਤੀ ਬਣਾਈ ਹੈ, ਸਾਰਿਆਂ ਦੀ ਸਾਂਝੀ ਧਰਤੀ ਹੈ, ਸਾਰਿਆਂ ਨੂੰ ਰਹਿਣ ਨੂੰ ਥਾਂ ਦਿੱਤੀ ਹੈ। ਤਿਸ ਮਹਿ ਓਪਤ ਖਪਤ ਸੋ ਬਾਜੀ। ਉਹ ਵਿਸ਼ਵ ਰੂਪ ਧਰਤੀ ਵਿੱਚ ਜੀਵ ਦੀ ਉਤਪਤੀ ਅਤੇ ਨਾਸ਼ਮਾਨਤਾ ਉਸ ਦੀ ਇੱਕ ਖੇਡ ਹੈ। ਉਹ ਇਸੇ ਧਰਤੀ ਦੇ ਉੱਤੇ ਹੀ ਸਾਡੀ ਪੈਦਾਇਸ਼ ਹੁੰਦੀ ਹੈ, ਇਸੇ ਉੱਤੇ ਅਸੀਂ ਖਤਮ ਹੋ ਜਾਂਦੇ ਹਾਂ। ਇਹ ਇੱਕ ਵਾਹਿਗੁਰੂ ਖੇਡ ਖੇਡ ਰਹੇ ਨੇ, ਜੀਵਾਂ ਨੂੰ ਬਣਾ ਦਿੰਦੇ ਨੇ, ਪਾਲਦੇ ਵੀ ਨੇ, ਖਤਮ ਵੀ ਉਹੀ ਕਰਦੇ ਨੇ। ਪਰ ਇਹਦੇ ਵਿੱਚ ਆ ਕੇ ਜਿਹੜੇ ਜੀਵਾਂ ਨੂੰ ਸ਼ਬਦ ਦਾ ਗਿਆਨ ਹੋ ਜਾਂਦਾ ਹੈ, ਗੁਰ ਕੈ ਸ਼ਬਦ ਰਪੈ ਰੰਗ ਲਾਏ। ਜਦੋਂ ਜੀਵ ਸਤਿਗੁਰੂ ਦੇ ਸ਼ਬਦ ਨਾਲ ਪ੍ਰੇਮ ਲਾ ਕੇ ਨਾਮ ਰੰਗ ਨਾਲ ਰੰਗਿਆ ਜਾਂਦਾ ਨਾ, ਉਦੋਂ ਉਹ ਸੱਚੇ ਨਾਮ ਦੇ ਵਿੱਚ ਜੁੜ ਜਾਂਦਾ। ਜਦੋਂ ਕਿਉਂਕਿ ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹਨ।
ਦੇਖ ਲਓ ਬਈ, ਹਰ ਇੱਕ ਇਨਸਾਨ, ਕੋਈ ਅਨਪੜ੍ਹ, ਕੋਈ ਪੜ੍ਹਿਆ ਲਿਖਿਆ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਭਗਤ ਹੈ, ਕੋਈ ਚੋਰ ਹੀ ਬਣੇ ਫਿਰਦੇ, ਕੋਈ ਡਾਕੂ ਹੀ ਬਣੇ ਫਿਰਦੇ ਨੇ, ਕੋਈ ਪੁੱਠੇ ਹੀ ਕੰਮ ਕਰੀ ਜਾਂਦੇ ਨੇ, ਕੋਈ ਸਿੱਧੇ ਕਰੀ ਜਾਂਦੇ ਨੇ, ਕੋਈ ਮਿੱਠੇ ਬੋਲਣ ਵਾਲੇ, ਕੋਈ ਕੌੜੇ ਬੋਲਣ ਵਾਲੇ ਨੇ, ਕੋਈ ਈਰਖਾ ਦੇ ਭਰੇ ਪਏ ਨੇ, ਕੋਈ ਨਿੰਦਕ ਹੋਏ ਫਿਰਦੇ ਨੇ, ਕੋਈ ਦਿਆਲਤਾ 'ਚ ਹੀ ਰਹਿੰਦੇ ਨੇ। ਸਾਰੀ ਸ੍ਰਿਸ਼ਟੀ ਵੱਖੋ ਵੱਖਰੀ ਹੈ, ਪਰ ਇਸ ਸ੍ਰਿਸ਼ਟੀ ਵਿੱਚ ਕਿਸੇ ਕਿਸੇ ਨੂੰ ਨਾਮ ਰੰਗ ਦਾ ਗਿਆਨ ਹੋ ਗਿਆ, ਸਤਿਗੁਰਾਂ ਦੇ ਨਾਲ ਮਿਲ ਕੇ ਸ਼ਬਦ ਨਾਲ ਪ੍ਰੇਮ ਲੱਗ ਗਿਆ। ਸਾਚ ਰਤਿਓ ਪਤ ਸਿਉ ਘਰ ਜਾਏ, ਉਹ ਸੱਚ ਵਿੱਚ ਰਤਿਆ ਹੋਇਆ ਦਰਗਾਹ ਵਿੱਚ ਆਦਰ ਪਾਉਂਦਾ ਹੈ, ਕਿਉਂਕਿ ਉਹ ਸੱਚ ਵਿੱਚ ਰੱਤਾ ਹੋਇਆ ਇੱਜ਼ਤ ਨਾਲ ਰੱਬੀ ਘਰ ਵਿੱਚ ਪਹੁੰਚ ਜਾਂਦਾ, ਭਾਵ ਸੱਚਖੰਡ ਵਿੱਚ ਚਲਿਆ ਜਾਂਦਾ ਹੈ, ਉਹ ਪ੍ਰਾਪਤੀ ਕਰ ਲੈਂਦਾ ਹੈ। ਪਰ ਇੱਕ ਐਸੇ ਵੀ ਨੇ ਜਿਹੜੇ ਸੱਚੇ ਸ਼ਬਦ ਨੂੰ ਪਸੰਦ ਹੀ ਨਹੀਂ ਕਰਦੇ, ਚੰਗਾ ਨਹੀਂ ਮੰਨਦੇ, ਕਹਿੰਦੇ ਕੀ ਰੱਖਿਆ ਗੁਰਬਾਣੀ, ਕੀ ਰੱਖਿਆ ਸ਼ਬਦਾਂ 'ਚ। ਉਹ ਵੀ ਵਾਹਿਗੁਰੂ ਨੇ ਆਪ ਹੀ ਭੁਲਾਏ ਹੋਏ ਨੇ। ਆਪਾਂ ਬੇਸ਼ੱਕ ਜ਼ੋਰ ਲਾ ਲਈਏ ਕਿ ਆਓ ਭਾਈ ਇੱਧਰ ਆ ਜਾਓ, ਨਹੀਂ, ਉਹਨਾਂ ਨੂੰ ਚੰਗਾ ਹੀ ਨਹੀਂ ਲੱਗਣਾ ਇਹ ਪਾਸਾ, ਕਿਉਂਕਿ ਉਹਨੇ ਅੰਦਰ, ਜਿਸ ਤਰ੍ਹਾਂ ਕੰਪਿਊਟਰ ਵਿੱਚ ਆਪਾਂ ਕੋਈ ਚੀਜ਼ ਫੀਡ ਪਹਿਲਾਂ ਤੋਂ ਹੀ ਕੀਤੀ ਹੁੰਦੀ ਹੈ, ਇਸੇ ਤਰ੍ਹਾਂ ਹੀ ਵਾਹਿਗੁਰੂ ਨੇ ਉਹਨਾਂ ਅੰਦਰ ਫੀਡ ਜਿਹੜੀ ਚੀਜ਼ ਕਰਤੀ, ਬਸ ਉਹੀ ਰਹਿੰਦੀ ਹੈ। ਹਾਂ, ਕਿਰਪਾ ਹੋ ਜੇ, ਕਿਤੇ ਉਹਦੀ ਦਇਆ ਹੋ ਜੇ, ਉਹਦੀ ਫਲੋਪੀ 'ਚ ਕੁਛ ਹੋਰ ਪਾ ਦੇਣ ਸਤਿਗੁਰੂ, ਤਾਂ ਵੱਖਰੀ ਗੱਲ ਹੈ। ਨਹੀਂ ਤੇ ਉਹ ਮਨੁੱਖ ਬਾਣੀ ਵਾਲੇ ਪਾਸੇ ਚੱਲ ਕੇ ਰਾਜ ਹੀ ਨਹੀਂ। ਮਹਾਰਾਜ ਕਹਿੰਦੇ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ। ਜਦੋਂ ਸੱਚ ਵਿੱਚ ਨਹੀਂ ਰੰਗਿਆ ਜਾਂਦਾ ਤਾਂ ਇਹਦੇ ਨਾਲ ਕੀ ਹੁੰਦਾ, ਉਹ ਫਿਰ ਉਹਦੀ ਇੱਜ਼ਤ ਨਹੀਂ ਹੁੰਦੀ। ਸੱਚੇ ਸ਼ਬਦ ਤੋਂ ਬਿਨਾਂ ਕੋਈ ਮਨੁੱਖ ਰੱਬ ਦੀ ਦਰਗਾਹ ਵਿੱਚ ਆਦਰ ਸਤਿਕਾਰ ਮਾਣ ਪ੍ਰਾਪਤ ਨਹੀਂ ਕਰ ਸਕਦਾ ਹੈ। ਨਾਨਕ ਬਿਨ ਨਾਵੈ ਕਿਉਂ ਸਾਚ ਸਮਾਵੈ। ਸਤਿਗੁਰੂ ਫਰਮਾਉਂਦੇ ਨੇ ਕਿ ਨਾਮ ਤੋਂ ਬਿਨਾਂ ਕਿਵੇਂ ਕੋਈ ਸੱਚੇ ਵਾਹਿਗੁਰੂ ਵਿੱਚ ਸਮਾ ਸਕਦਾ, ਭਾਵ ਲੀਨ ਨਹੀਂ ਹੋ ਸਕਦਾ, ਕਿਉਂਕਿ ਨਾਮ ਹੀ ਇੱਕ ਰਸਤਾ ਹੈ ਨਾਮੀ ਤੱਕ ਪਹੁੰਚਣ ਦਾ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੁਆਰਾ ਹੀ ਆਪਾਂ ਵਾਹਿਗੁਰੂ ਤੱਕ ਪਹੁੰਚ ਸਕਦੇ ਹਾਂ। ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਵਿਧੀ ਪੂਰਵਕ ਹੁੰਦੀ ਹੈ। ਵਿਧੀ ਪੂਰਵਕ ਭਾਵ ਪ੍ਰੋਪਰ ਚੈਨਲ ਜਿਹੜਾ ਹੈ। ਸੋ ਜਿਨ੍ਹਾਂ ਨੂੰ ਸੋਝੀ ਹੋ ਗਈ ਉਹ ਚੱਲ ਪਏ ਉਸ ਦੇ ਰਸਤੇ ਉੱਤੇ। 31ਵੀਂ ਪੌੜੀ ਵਿੱਚ ਬਖਸ਼ਿਸ਼ ਅੱਗੇ ਕਰਦੇ ਨੇ, ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ। ਗੁਰਮੁਖ ਬਣਨ ਨਾਲ 8 ਸਿੱਧੀਆਂ ਅਤੇ ਸਾਰੀਆਂ ਬੁੱਧੀਆਂ ਪ੍ਰਾਪਤ ਹੋ ਜਾਂਦੀਆਂ ਜੀਵ ਨੂੰ। ਇਹ ਜਿਹੜੀਆਂ ਅਸ਼ਟ ਸਿੱਧੀਆਂ ਕਈ ਵਾਰ ਕਥਨ ਵੀ ਕੀਤੀਆਂ ਨੇ, ਫਿਰ 9 ਨਿੱਧੀਆਂ, ਇਹ ਸਾਰੇ ਵੀ ਪੁੱਛ ਲੈਂਦੇ ਨੇ ਕਿ ਰਿੱਧੀ ਕੀ ਹੁੰਦੀ ਹੈ, ਸਿੱਧੀ ਕੀ ਹੁੰਦੀ ਹੈ, ਨਿੱਧੀ ਕੀ ਹੁੰਦੀ ਹੈ, ਕੀ ਸ਼ਕਤੀਆਂ ਨੇ। ਰਿੱਧ ਹੁੰਦੀ ਹੈ ਅੰਨ ਦੀ ਤੋਟ ਨਾ ਆਉਣੀ, ਜਿੰਨਾ ਮਰਜ਼ੀ ਭੰਡਾਰੇ ਵਰਤਾਈ ਜਾਓ ਅੰਨ ਨਹੀਂ ਮੁੱਕਦਾ ਜਦੋਂ ਇਹ ਸ਼ਕਤੀ ਆ ਜਾਂਦੀ ਹੈ। ਸੋ 9 ਨਿੱਧੀਆਂ ਜਿਹੜੀਆਂ ਨੇ ਉਹਦੇ ਵਿੱਚ ਆਉਂਦਾ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਆਦਿਕ ਸਭ ਆ ਜਾਂਦੇ ਨੇ। ਸੋ ਇਸ ਪ੍ਰਕਾਰ ਜਿਹੜੀਆਂ ਸਿੱਧੀਆਂ ਮੁੱਖ 8 18 ਵੈਸੇ ਸਿੱਧੀਆਂ ਸਾਰੀਆਂ ਅਣਮਾ ਮਹਿਮਾ ਗੁਰਮਾ ਲਗਮਾ ਸਾਰੀਆਂ ਨਾਮ ਨੇ ਇਹਨਾਂ ਦੇ। ਵੱਡੇ ਹੋ ਜਾਣਾ, ਛੋਟੇ ਹੋ ਜਾਣਾ, ਉੱਡ ਜਾਣਾ, ਦੂਰ ਦੀ ਗੱਲ ਸੁਣ ਲੈਣੀ, ਇੱਥੋਂ ਬੈਠੇ ਹੀ ਸਭ ਕੁਝ ਦੇਖ ਲੈਣਾ, ਬਹੁਤ ਕੁਛ ਹੈ ਇਹਦੇ 'ਚ। ਪਰ ਇਹ ਬਹੁਤ ਭਗਤੀ ਵਾਲਿਆਂ ਨੂੰ, ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦੀਆਂ ਇਹ ਚੀਜ਼ਾਂ। ਸਾਰ ਪ੍ਰਕਾਰ ਦੀ ਬੁੱਧੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਹ ਸਾਰਾ ਕੁਝ ਗੁਰੂ ਸਾਹਿਬ ਦੇ ਅਨੁਸਾਰ ਹੀ ਰਹਿਣ ਵਾਲਿਆਂ ਨੂੰ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਪੰਡਤਾਂ ਨੇ ਜਦੋਂ ਮੁਕੱਦਮਾ ਕਰ ਦਿੱਤਾ ਸੀ ਲਾਹੌਰ ਤੀਜੇ ਪਾਤਸ਼ਾਹ ਵੇਲੇ ਵੀ ਇਹਨਾਂ ਨੇ ਵੱਖਰਾ ਹੀ ਬਾਣੀ ਰਚ ਲਈ, ਵੱਖਰਾ ਹੀ ਬੌਲੀ ਸਾਹਿਬ ਬਣਾ ਲਿਆ। ਉਸ ਮੁਕੱਦਮੇ ਦੀ ਤਰੀਕ 'ਤੇ ਚੌਥੇ ਪਾਤਸ਼ਾਹ ਜੀ ਨੇ ਜਾਣਾ ਸੀ। ਸਤਿਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ, ਮੈਨੂੰ ਤਾਂ ਵੇਦਾਂ ਦਾ, ਸ਼ਾਸਤਰਾਂ ਦਾ ਕਦੇ ਗਿਆਨ ਨਹੀਂ, ਮੈਂ ਪੜ੍ਹੇ ਹੀ ਨਹੀਂ ਉਹ। ਗੁਰੂ ਅਮਰਦਾਸ ਜੀ ਨੇ ਇਹ ਸਾਖੀ ਸਾਡੇ ਲਈ ਬਣਾਈ ਹੈ, ਪਰ ਮੈਂ ਨਹੀਂ ਮੰਨਦਾ ਕਿ ਸਤਿਗੁਰੂ ਨੂੰ ਗਿਆਨ ਨਹੀਂ ਸੀ। ਸਤਿਗੁਰੂ ਨੂੰ ਗਿਆਨ ਸੀ ਸਾਰਾ। ਸਾਖੀ ਸਾਡੇ ਲਈ ਬਣਦੀ ਹੈ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਮੂਲ ਮੰਤਰ ਦੇ 5 ਪਾਠ ਕਰ ਲੈਣਾ, ਸਾਰਾ ਕੁਝ ਤੁਹਾਡੇ ਕੋਲ ਆ ਕੇ ਖੜਾ ਹੋ ਜਾਵੇਗਾ, ਜੋ ਮਰਜ਼ੀ ਜਵਾਬ ਦੇਣਾ। ਉਹ ਤਾਂ ਸਾਨੂੰ ਇੱਕ ਜਣਾਉਣਾ ਸੀ ਕਿ ਮੂਲ ਮੰਤਰ ਦੇ ਅਧੀਨ ਹੀ ਸਾਰਾ ਕੁਝ ਹੈ, ਗੁਰਬਾਣੀ ਦੇ ਅਧੀਨ ਹੀ ਸਾਰਾ ਕੁਝ ਹੈ। ਆਓ ਜੇ ਦੇਖਣਾ
ਕਰੋ ਰੋਜ਼ ਮੂਲ ਮੰਤਰ ਦੀਆਂ 11 ਮਾਲਾ, ਕੋਈ 20 ਮਾਲਾ, ਕੋਈ 30 ਮਾਲਾ, ਕੋਈ 40 ਮਾਲਾ ਕਰਕੇ ਦੇਖੋ, ਸਾਲ 2 ਸਾਲ ਲੱਗੇ ਰਹੋ। ਗੁਰਬਾਣੀ ਦੇ ਵਿੱਚ ਇੱਕਦਮ ਪ੍ਰਾਪਤੀ ਨਹੀਂ। ਆ ਛੋਟੀਆਂ ਛੋਟੀਆਂ ਕਰਾਮਾਤਾਂ 40-40 ਦਿਨ 'ਚ ਮਿਲ ਜਾਂਦੀਆਂ ਨੇ। ਗੁਰਬਾਣੀ ਤਾਂ ਪਹਿਲਾਂ ਪਿਛਲੇ ਜਨਮਾਂ ਦੇ ਸਾਰੇ ਪਾਪ ਮੇਟਦੀ ਹੈ, ਫਿਰ ਇਸ ਜਨਮ ਦੇ ਪਾਪ ਮੇਟਦੀ ਹੈ, ਫਿਰ ਹੌਲੀ ਹੌਲੀ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਸਾਲ 2 ਸਾਲ 3 ਸਾਲ ਲਗਾਤਾਰ ਲੱਗੇ ਰਹੋ। ਇੱਕ ਵਾਰ ਥੋੜ੍ਹਾ ਔਖੇ ਹੋਣਾ ਪੈਂਦਾ, ਫਿਰ ਬਾਅਦ ਵਿੱਚ ਇੰਨਾ ਕੁਝ ਮਿਲ ਜਾਣਾ, ਸੰਭਾਲਿਆ ਹੀ ਨਹੀਂ ਜਾਣਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਗੁਰਮੁਖ ਨੇ ਨਾ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਗੁਰਮੁਖ ਭਵਜਲ ਤਰੀਐ ਸੱਚ ਸੁਧੇ। ਗੁਰਮੁਖ ਬਣਨ ਨਾਲ ਸੱਚੀ ਸੂਝ ਪ੍ਰਾਪਤ ਕਰਕੇ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ। ਉਹਨਾਂ ਨੂੰ ਸੁੱਧਤਾਈ ਹੁੰਦੀ ਹੈ, ਸੁਚਮਤਾ ਮਿਲ ਜਾਂਦੀ ਹੈ ਔਰ ਸੁੱਧੀ ਹੋ ਜਾਂਦੀ ਹੈ। ਉਹਨਾਂ ਦੀ ਸਰੀਰ ਪਵਿੱਤਰ ਹੋ ਜਾਂਦਾ। ਲੋਕੀ ਜਿੱਥੋਂ ਗੁਰਮੁਖ ਚਰਨ ਰੱਖ ਦੇਣ, ਉੱਥੋਂ ਚਰਨ ਧੂੜੀ ਲੈ ਕੇ ਮਸਤਕ ਨੂੰ ਤਾਈਆਂ ਲਾਉਂਦੇ ਨੇ, ਹੋਰ ਨਹੀਂ ਕਿਸੇ ਦੀ ਲਾਉਂਦੇ, ਕਿਉਂਕਿ ਉੱਥੇ ਪਵਿੱਤਰਤਾ ਹੋ ਜਾਂਦੀ ਹੈ। ਗੁਰਮੁਖ ਸਰ ਆਪਸਰ ਬਿਦ ਜਾਣੈ। ਜਿਹੜੇ ਗੁਰਮੁਖ ਜੀਵ ਨੇ ਨਾ, ਉਹ ਚੰਗੇ ਅਤੇ ਮੰਦੇ ਭਾਵ, ਸੱਤ ਅਤੇ ਅਸੱਤ ਦੀ ਵਿਧੀ ਨੂੰ ਚੰਗੀ ਤਰ੍ਹਾਂ ਜਾਣ ਲੈਂਦੇ ਨੇ। ਉਹਨਾਂ ਨੂੰ ਪਤਾ ਹੈ ਸਰ ਆਪਸਰ, ਚੰਗਾ ਤੇ ਮੰਦਾ ਕੀ ਹੈ। ਉਹ ਇਹ ਜਾਣਦੇ ਨੇ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਉਹ ਇਹੋ ਜਿਹਾ ਕੰਮ ਕਦੇ ਵੀ ਨਹੀਂ ਗਲਤ ਕਰਨਗੇ ਜਿਹਦੇ ਨਾਲ ਬਾਅਦ ਵਿੱਚ ਪਛਤਾਉਣਾ ਪਵੇ। ਗੁਰਮੁਖ ਪਰਵਿਰਤ ਨਰਵਿਰਤ ਪਛਾਣੈ। ਗੁਰਮੁਖ ਜਿਹੜੇ ਜੀਵ ਨੇ, ਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਵਾਲੇ ਗੁਰਮੁਖ ਪਿਆਰੇ, ਜਿਨ੍ਹਾਂ ਦੇ ਮੁਖ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੈ। ਪ੍ਰਵਿਰਤੀ ਹੁੰਦੀ ਗ੍ਰਹਿਣ ਕਰਨ ਵਾਲੀ ਅਤੇ ਨਿਰਵਿਰਤੀ ਹੁੰਦੀ ਤਿਆਗਣ ਵਾਲੀ। ਹਰੇਕ ਗੱਲ ਨੂੰ ਪਛਾਣਦੇ ਨੇ। ਉਹ ਪ੍ਰਵਿਰਤੀ ਅਤੇ ਨਿਰਵਿਰਤੀ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ। ਬ੍ਰਹਮ ਗਿਆਨੀ ਨਿਰਵਿਰਤੀ ਦੀ ਰੱਖਦਾ, ਪ੍ਰਵਿਰਤੀ 'ਚ ਉਹ ਪੈਂਦਾ ਹੀ ਨਹੀਂ। ਪਰ ਜੇ ਗ੍ਰਸਤੀ ਹੈ ਤਾਂ ਪ੍ਰਵਿਰਤੀ ਅਤੇ ਨਿਰਵਿਰਤੀ ਦੋਨਾਂ 'ਚ ਹੀ ਵਰਤ ਜਾਂਦਾ, ਰਾਜੇ ਜਨਕ ਦੀ ਤਰ੍ਹਾਂ। ਗੁਰਮੁਖ ਤਾਰੇ ਪਾਰ ਉਤਾਰੇ। ਗੁਰਮੁਖ ਜਿੱਥੇ ਆਪ ਤਰਦਾ, ਉੱਥੇ ਹੋਰਨਾਂ ਨੂੰ ਸੰਸਾਰ ਸਾਗਰ ਤੋਂ ਤਾਰ ਕੇ ਪਾਰ ਉਤਾਰ ਦਿੰਦਾ। ਗੁਰਮੁਖ ਤਾਰੇ ਪਾਰ ਉਤਾਰੇ। ਤਰਦਾ ਵੀ ਹੈ ਤੇ ਤਾਰਦਾ ਵੀ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਏਕ ਕਣੀ। ਨਾਮ ਦੀ ਸਿਰਫ ਇੱਕ ਕਿਣਕਾ ਮਾਤਰ ਜਿੱਥੇ ਆ ਗਿਆ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਜਿਸ ਗੁਰਮੁਖ ਨੂੰ ਸਿਰਫ ਇੱਕ ਕਣੀ ਦੇਤੀ ਛੋਟੀ ਜੀ, ਉਹ ਪਤਾ ਨਹੀਂ ਕਰੋੜਾਂ ਜੀਵਾਂ ਦਾ ਭਲਾ ਕਰ ਸਕਦਾ। ਇੰਨੀ ਸਮਰੱਥਾ ਹੋ ਜਾਂਦੀ ਉਹਦੇ ਵਿੱਚ। ਨਾਨਕ ਗੁਰਮੁਖ ਸ਼ਬਦ ਨਿਸਤਾਰੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਗੁਰਮੁਖ ਜਿਹੜੇ ਨੇ, ਗੁਰੂ ਸ਼ਬਦ ਦੁਆਰਾ ਕਰੋੜਾਂ ਜੀਵਾਂ ਨੂੰ ਗੁਰੂ ਦੇ ਗਿਆਨ ਨਾਲ ਜੋੜ ਕੇ ਸੰਸਾਰ ਤੋਂ ਨਿਸਤਾਰਾ ਕਰ ਦਿੰਦੇ ਨੇ। ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ ਗੁਰਮੁਖਾਂ ਦੇ ਉੱਤੇ। ਗੁਰਮੁਖ ਦੇ ਹਿਰਦੇ 'ਚ ਪਰਮੇਸ਼ਰ ਦਾ ਭੈ ਹੁੰਦਾ। ਉਸ ਦੇ ਭੈ ਅਧੀਨ ਹੀ ਗੁਰਮੁਖ ਅੰਮ੍ਰਿਤ ਵੇਲੇ ਜਾਗਦਾ, ਸਾਈਂ ਦੇ ਸਿਮਰਨ ਵਿੱਚ ਲੀਨ ਹੁੰਦਾ। ਵਾਹਿਗੁਰੂ ਗੁਰਮੰਤਰ ਦੀ ਕਮਾਈ ਅਤੇ ਗੁਰਬਾਣੀ ਦੇ ਉਪਦੇਸ਼ ਦੁਆਰਾ ਅਘੜ ਮਨ ਨੂੰ ਘੜਦਾ ਅਥਵਾ ਅਸਾਧ ਮਨ ਨੂੰ ਸਾਧਦਾ ਤੇ ਸਵਾਰਦਾ। ਗੁਰਮੁਖ ਗੁਰ ਸ਼ਬਦ ਤੇ ਸਿੱਖਿਆ ਦੇ ਪ੍ਰਭਾਵ ਨੂੰ ਕਬੂਲਦਾ ਹੋਇਆ ਸਤਿਗੁਰੂ ਦੀ ਪ੍ਰੇਰਨਾ ਦੁਆਰਾ ਕਰਮਸ਼ੀਲ ਹੋ ਕੇ ਆਪਣੀ ਜੀਵਨ ਉਸਾਰੀ ਕਰਦਾ ਹੈ। ਉਹ ਇੱਕ ਅਜਿਹਾ ਆਦਰਸ਼ਕ ਮਨੁੱਖੀ ਸਰੂਪ ਪੇਸ਼ ਕਰਦਾ ਜਿਸ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਲੋਕ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸੰਵਾਰਦੇ ਨੇ। ਗੁਰਸਿੱਖੀ ਦਾ ਪ੍ਰਚਾਰ ਕੀ ਹੈ? ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਦਾਸ ਨੂੰ ਕਿਹਾ ਸੀ ਕਿ ਕੀ ਸਿੱਖਦੇ ਹੋ ਅੱਜ ਕੱਲ੍ਹ ਮਹਾਂਪੁਰਖਾਂ ਪਾਸੋਂ? ਮੈਂ ਜੀ ਕਥਾ ਸਿੱਖ ਰਹੇ ਹਾਂ। ਕਹਿਣ ਲੱਗੇ ਵੀ ਮੈਂ ਤੇ ਕੋਈ ਕਥਾ ਨਹੀਂ ਸਿੱਖੀ, ਮੈਂ ਤੇ ਜਿਹਨੂੰ ਕਹਿ ਦਿਆਂ ਸ਼ਰਾਬ ਛੱਡ ਦੇ ਸ਼ਰਾਬ ਛੱਡ ਦਿੰਦਾ, ਜਿਹਨੂੰ ਕਹਿ ਦਿਆਂ ਤੂੰ ਆਹ ਕਰ ਉਹ ਕਰਦਾ। ਹਰ ਗੱਲ ਮੇਰੀ ਲੋਕ ਮੰਨਦੇ ਨੇ, ਪਰ ਤੇਰੀ ਮੰਨਦੇ ਨੇ? ਮੈਂ ਕਿਹਾ ਜੀ ਮੇਰੀ ਗੱਲ ਤੇ ਕੋਈ ਨਹੀਂ ਮੰਨਦਾ। ਕਹਿਣ ਲੱਗੇ ਮੇਰੀ ਗੱਲ ਕਿਉਂ ਮੰਨਦੇ ਨੇ, ਤੈਨੂੰ ਪਤਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਇਹ ਹੁੰਦਾ ਜੀਵਨ। ਜੇ ਪ੍ਰਚਾਰਕ ਦਾ ਜੀਵਨ ਹੈ ਤਾਂ ਉਹ ਜੀਵਨ ਦੇ ਨਾਲ ਹੀ ਪ੍ਰਚਾਰ ਕਰ ਦਿੰਦਾ, ਭਾਵੇਂ ਉਹ ਘੱਟ ਹੀ। ਕਹਿੰਦੇ ਕਥਾ ਘੱਟ ਸਿੱਖੀ, ਜੀਵਨ ਜ਼ਿਆਦਾ ਬਣਾਈ, ਕਿਉਂਕਿ ਜੀਵਨ ਦਾ ਹੀ ਅਸਰ ਪੈਣਾ ਹੁੰਦਾ। ਇਉਂ ਤਾਂ ਪ੍ਰਚਾਰਕ, ਮੈਂ ਤਾਂ ਉਹਨਾਂ ਦੇ ਪੈਰਾਂ ਵਰਗਾ ਵੀ ਨਹੀਂ ਹੋਣਾ ਕਈਆਂ ਦੇ। ਇੰਨਾ ਗਿਆਨ ਕਈ ਪ੍ਰਚਾਰਕਾਂ ਕੋਲ, ਇੰਨਾ ਗਿਆਨ ਹੈ, ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈ। ਪਰ ਉਹ ਕਈ ਨਹੀਂ ਵੀ ਸੁਣਦੇ। ਮੈਂ ਉਹਨਾਂ ਦੀ ਗੱਲ ਪੱਲੇ ਬੰਨ੍ਹ ਲਈ ਵੀ
ਚਾਹੇ ਕਿਸੇ ਦਾ ਥਾਂ ਸੋਨਾ ਪਿਆ, ਦੇਖਣਾ ਤੱਕ ਵੀ ਨਹੀਂ। ਅੱਖੀਂ ਸੂਤਕ ਵੇਖਣਾ, ਪਰ ਤ੍ਰੈ ਪਰ ਧਨ ਰੂਪ। ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਹੇ। ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਕਿੰਨਾ ਹੀ ਵਿਦਵਾਨ ਹੋਵੇ, ਕਿੰਨਾ ਹੀ ਕੁਛ ਹੋਵੇ, ਜੇ ਔਗਣ ਨੇ ਤਾਂ ਬੰਦਾ ਬਿਲਕੁਲ ਥੱਲੇ ਚਲਾ ਜਾਂਦਾ ਹੈ। ਸੋ ਇਸ ਕਰਕੇ ਪ੍ਰਚਾਰ ਹੈ ਗੁਰਮੁਖ ਦਾ ਕੀ ਕਿ ਜੀਵਨ ਸਵਾਰ ਕੇ ਉਹ ਜੀਵਨ ਲੋਕਾਂ ਨੂੰ ਦਿਖਾ ਦੇਣਾ, ਅਜਿਹਾ ਆਦਰਸ਼ਕ ਜਿਹੜਾ ਮਨੁੱਖੀ ਸਰੂਪ ਪੇਸ਼ ਕਰ ਦੇਣਾ ਲੋਕਾਂ ਅੱਗੇ ਕਿ ਲੋਕੀ ਖੁਦ ਹੀ ਅੰਮ੍ਰਿਤ ਛਕਣ ਨੂੰ ਤਿਆਰ ਹੋ ਜਾਂਦੇ, ਖੁਦ ਹੀ ਉਸ ਮਾਰਗ 'ਤੇ ਚੱਲ ਪੈਂਦੇ। ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਗੁਰਮੁਖ ਦੀ ਪਦਵੀ ਦਿੱਤੀ ਹੈ ਜੋ ਸੱਚੀ ਕਾਰ ਕਮਾਉਂਦਾ ਅਤੇ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਨ ਹੈ ਹੁਕਮ ਸਮਾਏ ਦਾ। ਗੁਰਮੁਖ ਖਾਂਦਾ ਪੀਂਦਾ, ਦੁਨਿਆਵੀ ਕਾਰ ਕਰਦਾ, ਸਮਾਜ ਵਿੱਚ ਵਿਚਰਦਾ ਹੋਇਆ ਨਾਮ ਵਿੱਚ ਸਮਾਇਆ ਰਹਿੰਦਾ ਹੈ। ਨਾਮ ਤੋਂ ਨਿਮਰਤਾ ਦੀ ਪੂੰਜੀ ਨਾਲ ਮਾਲੋ ਮਾਲ ਹੁੰਦਾ, ਸਤ ਸੰਤੋਖ ਦਇਆ ਧਰਮ ਤੇ ਹੱਕ ਹਲਾਲ ਦੀ ਕਮਾਈ ਕਰਕੇ ਵੰਡ ਛਕਦਾ ਹੈ। ਆਸਾ ਵਿੱਚ ਨਿਰਾਸ ਰਹਿੰਦਾ। ਗੁਰਮੁਖ ਦਾ ਪਰਚਾ ਨਿਰੋਲ ਗੁਰ ਸ਼ਬਦ ਨਾਲ ਹੀ ਹੁੰਦਾ। ਉਹ ਦੁਨਿਆਵੀ ਹਾਵਾਂ ਭਾਵਾਂ ਵਿਸ਼ੇ ਵਿਕਾਰਾਂ ਤੋਂ ਆਪਣਾ ਆਪ ਬਚਾ ਕੇ ਰੱਖਦਾ ਹੈ। ਜੈਸੇ ਜਲ ਮਹਿ ਕਮਲ ਨਿਰਾਲਮ ਮੁਰ ਗਾਈ ਨੈ ਸਾਣੇ। ਸੋਹਣਾ ਹੈ ਨਾ ਪਿੱਛੇ ਆਪਾਂ। ਸੋ ਦਰਸ਼ਨ ਐਸਾ ਕਿ ਉਸ ਦਰਸ਼ਨ ਵਾਲੇ ਝਲਕ ਦੇ ਨਾਲ ਗੁਰਮੁਖ ਦੇ ਜੀਵਨ 'ਚੋਂ ਪ੍ਰਤੱਖ ਜਦੋਂ ਨਜ਼ਰ ਪੈਂਦੀ ਲੋਕਾਂ ਨੂੰ, ਉਹ ਸਾਰੇ ਅਸਰ ਕਬੂਲ ਲੈਂਦੇ ਨੇ ਵੀ ਇਹਦਾ ਜੀਵਨ ਉੱਚਾ ਹੈ, ਕਿਉਂਕਿ ਗੁਰਮੁਖ ਸੱਚੇ ਪਿਆਰ ਤੇ ਆਚਾਰ ਦਾ ਸਦਕਾ ਹੀ ਸੰਸਾਰ ਵਿੱਚ ਨਿਰਵਿਕਾਰ ਹੋ ਕੇ ਵਿਚਰਦਾ ਹੈ। ਗੁਰਮੁਖ ਨੂੰ ਦ੍ਰਿੜ ਗਿਆਨ ਹੁੰਦਾ ਕਿ ਉਹ ਇਸ ਧਰਤੀ ਉੱਤੇ ਧਰਮ ਤੇ ਪਰਉਪਕਾਰ ਕਮਾਉਣ ਲਈ ਆਇਆ ਹੈ। ਗੁਰਮੁਖ ਨੂੰ ਆਤਮ ਤੱਤ ਦੀ ਸੋਝੀ ਹੁੰਦੀ ਹੈ ਕਿ ਸੱਚੇ ਸ਼ਬਦ ਦੀ ਕਮਾਈ ਤੋਂ ਬਿਨਾਂ ਰੱਬੀ ਦਰਗਾਹ ਵਿੱਚ ਪਤ ਨਹੀਂ ਹੁੰਦੀ। ਗੁਰਮੁਖ ਸਤਿਗੁਰੂ ਦੇ ਸ਼ਬਦ ਨਾਲ ਮਨ ਨੂੰ ਭੇਦਣਾ ਜਾਣਦਾ ਹੈ, ਇਸ ਲਈ ਉਹ ਰਿੱਧੀਆਂ ਸਿੱਧੀਆਂ ਵਿੱਚ ਨਹੀਂ ਫਸਦਾ। ਉਹਨੂੰ ਪ੍ਰਵਿਰਤੀ ਅਤੇ ਨਿਵਿਰਤੀ ਮਾਰਗ ਦੀ ਚੰਗੀ ਤਰ੍ਹਾਂ ਸੋਝੀ ਹੁੰਦੀ ਹੈ। ਉਹ ਆਪ ਸੱਚੇ ਮਾਰਗ 'ਤੇ ਚੱਲਦਾ ਹੈ ਅਤੇ ਸਭ ਨੂੰ ਸੱਚੇ ਮਾਰਗ 'ਤੇ ਚਲਾਉਂਦਾ। ਇਸ ਤਰ੍ਹਾਂ ਅਨੇਕ ਜੀਆਂ ਦਾ ਗੁਰਸ਼ਬਦ ਦੁਆਰਾ ਉਧਾਰ ਕਰਦਾ ਹੈ। ਧੰਨ ਗੁਰੂ ਅਮਰਦਾਸ ਜੀ ਨੇ ਗੁਰਮੁਖ ਦੀ ਕਰਨੀ ਦਾ ਜੋ ਜੀਵਨ ਚਿੱਤਰ ਸਾਡੇ ਸਾਹਮਣੇ ਰੱਖਿਆ ਹੈ। ਦੇਖੋ ਮਹਾਰਾਜ ਕਹਿੰਦੇ ਧੰਨ ਗੁਰੂ ਅਮਰਦਾਸ ਜੀ ਕਿ ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਆਪਾਰ, ਗੁਰਮੁਖ ਕਾਰ ਕਰੇ ਪ੍ਰਭ ਭਾਵੈ, ਗੁਰਮੁਖ ਪੂਰਾ ਪਾਇੰਦਾ, ਗੁਰਮੁਖ ਮਨੁਆ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਵਜਾਵੈ, ਗੁਰਮੁਖ ਸੱਚ ਰਤੇ ਬੈਰਾਗੀ, ਨਿਜ ਘਰ ਵਾਸਾ ਪਾਇੰਦਾ, ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੈ ਸਬਦੇ ਸੱਚ ਸੁਭਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਇੰਦਾ, ਗੁਰਮੁਖ ਮਨ ਨਿਰਮਲ ਸਤ ਸਰ ਨਹਾਵੈ, ਮੈਲ ਨ ਲਾਗੈ ਸੱਚ ਸਮਾਵੈ, ਸੱਚੇ ਸੱਚ ਕਮਾਵੈ, ਸਦ ਹੀ ਸੱਚੀ ਭਗਤ ਦ੍ਰਿੜਾਇੰਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ, ਸਦ ਹੀ ਸੱਚ ਕਹਿ ਦਿਨ ਰਾਤੀ, ਅਵਰਾ ਸੱਚ ਕਹਾਇੰਦਾ, ਗੁਰਮੁਖ ਸੱਚੀ ਊਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸਦ ਸੇਵ ਹੈ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਇੰਦਾ। ਜੇ ਸਾਰਾ ਦੇਖੀਏ ਵਿਚਾਰ ਕੇ ਨਾ, ਪੰਨਾ ਅੰਗ ਜਿਹਨੂੰ ਟਕਸਾਲੀ ਤੌਰ 'ਤੇ ਜਿਹੜਾ ਅੱਖਰ ਹੁੰਦਾ ਉਹ ਅੰਗ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਿਆ, ਕੋਈ ਪੰਨਾ ਕਹਿੰਦਾ ਹੈ, ਕੋਈ ਚਲੋ ਇੰਗਲਿਸ਼ ਵਿੱਚ ਪੇਜ ਕਿਹਾ ਜਾਂਦਾ, ਸਮਝ ਵੀ ਨਹੀਂ ਲੱਗਦੀ, ਪਰ ਆਮ ਬੋਲੀ ਸਮਝ ਅੰਗ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਅੰਗ 1058 ਤੋਂ 1059 ਤੇ ਇਹ ਜਿਹੜਾ ਸ਼ਬਦ ਮਾਰੂ ਸੋਲਿਆਂ 'ਚ ਮਹਾਰਾਜ ਨੇ ਉਚਾਰਨ ਕੀਤਾ ਨਾ, ਸੋ ਇਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਬਖਸ਼ਿਸ਼ ਕਰਕੇ ਗੁਰਮੁਖ ਦਾ ਹੀ ਜੀਵਨ ਦੱਸਿਆ ਤੀਜੇ ਪਾਤਸ਼ਾਹ ਨੇ। ਸੋ ਇਸ ਕਰਕੇ ਇਹ ਸ਼ਬਦ ਪੜ੍ਹ ਕੇ ਇਹਦੀ ਵੀ ਵਿਚਾਰ ਕਰਨੀ ਚਾਹੀਦੀ ਮਾਰੂ ਰਾਗ ਦੇ ਵਿੱਚ। ਉਸ ਇੱਥੇ ਮਹਾਰਾਜ ਨੇ 31 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਅਸਲ ਵਿੱਚ ਮੇਰਾ ਇੱਕ ਤਜਰਬਾ ਪ੍ਰੈਕਟੀਕਲ ਕਹਿ ਲਓ 30 ਸਾਲਾਂ ਦੇ ਵਿੱਚ ਇਹ ਹੋਇਆ ਕਿ ਜਿਹੜਾ ਬਾਣੀ ਪੜ੍ਹੀ ਜਾਵੇ ਨਾਮ ਜਪੀ ਜਾਵੇ, ਸੁਤੇ ਸਿੱਧੀ ਉਹ 'ਚ ਸ਼ੁਭ ਗੁਣ ਆ ਜਾਂਦੇ ਨੇ, ਆਪਣੇ ਆਪ ਹੀ ਕਿਰਪਾ ਹੋ ਜਾਂਦੀ ਹੈ। ਤਾਂ ਤੇ ਬਾਹਲੀਆਂ ਗੱਲਾਂ ਨਾਲੋਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਚਨ ਕਹਿੰਦੇ, ਬਾਬਾ ਮੂਰਖ ਹਾਂ ਨਾਵੈ ਬਲ ਜਾਓ। ਬਾਬਾ ਮੈਂ ਤਾਂ ਮੂਰਖ ਜਿਹਾ ਬੰਦਾ, ਮੈਨੂੰ ਨਹੀਂ ਕੁਛ ਆਉਂਦਾ, ਮੈਂ ਤਾਂ ਬਸ ਵਾਹਿਗੁਰੂ ਵਾਹਿਗੁਰੂ ਕਰਨਾ ਜਾਣਦਾ। ਇਹੀ ਵੱਡੀ ਗੱਲ ਹੈ। ਜੇ ਆਪਾਂ ਇਸੇ ਸਿਧਾਂਤ ਨੂੰ ਫੜ ਲਈਏ
ਕਿ ਬਸ ਬਾਬਾ ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਤਾਂ ਸਿਰਫ ਇੱਕੋ ਹੀ ਗੱਲ ਆਉਂਦੀ ਹੈ, ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।